ਸਾਬਕਾ ਕੇਂਦਰ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ ਲਏ ਆਖਰੀ ਸਾਹ। ਲੰਮੇ ਸਮੇਂ ਤੋਂ ਸਨ ਬਿਮਾਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ तमाम ਵੱਡੇ ਆਗੂਆਂ ਨੇ ਜਤਾਇਆ ਦੁੱਖ। ਸੁਨਾਮ ਦੇ ਪਿੰਡ ਛਾੜ 'ਚ ਦਰਦਨਾਕ ਸੜਕ ਹਾਦਸਾ। ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ, ਇੱਕ ਜ਼ਖਮੀ, ਇੱਕ ਨੌਜਵਾਨ, ਇੱਕ ਬੱਚੇ ਤੇ 3 ਔਰਤਾਂ ਦੀ ਮੌਤ। ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਤੇ ਫਾਇਰਿੰਗ ਕਰਨ ਵਾਲੇ ਦੋਵੇਂ ਗੈਂਗਸਟਰ ਕੀਤੇ ਕਾਬੂ। ਗੈਂਗਸਟਰ ਦਿਲਦੀਪ ਤੇ ਸ਼ਿਵਾ ਨੂੰ ਕੀਤਾ ਗ੍ਰਿਫਤਾਰ, 2 ਪਿਸਟਲ ਵੀ ਕੀਤੇ ਬਰਾਮਦ। ਐਂਬੂਲੈਂਸ 108 ਵਾਲਿਆਂ ਦੀ ਹੜਤਾਲ ਜਾਰੀ। ਕੱਲ ਸਿਹਤ ਮੰਤਰੀ ਨਾਲ ਬੇਸਿੱਟਾ ਰਹੀ ਸੀ ਬੈਠਕ, ਮੰਗਾਂ ਤੇ ਨਹੀਂ ਬਣੀ ਸਹਿਮਤੀ। ਕੇਂਦਰ ਵੱਲੋਂ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਖਰੀਦਣ ਦੇ ਫੈਸਲੇ ਦਾ ਵਿਰੋਧ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬੋਲੇ, ਸਿੱਖ ਧਰਮ 'ਚ ਵਰਜਿਤ ਹੈ ਹੈਲਮਟ, ਸਿੱਖਾਂ ਦੀ ਪਛਾਣ ਖਤਮ ਕਰਨ ਦੀ ਹੋ ਰਹੀ ਕੋਸ਼ਿਸ਼। ਅੱਜ ਨਹੀਂ ਹੋਵੇਗੀ ਭਾਰਤ ਜੋੜੋ ਯਾਤਰਾ, ਲੋਹੜੀ ਕਰਕੇ ਇੱਕ ਦਿਨ ਦਾ ਦਿੱਤਾ ਗਿਆ ਬ੍ਰੇਕ। ਕੱਲ ਲੁਧਿਆਣਾ ਲਾਡੋਵਾਲ ਟੋਲ ਤੋਂ ਸ਼ੁਰੂ ਹੋਵੇਗੀ ਯਾਤਰਾ। ਚੰਡੀਗੜ੍ਹ ਮੇਅਰ ਦੀ ਚੋਣ ਬਣੀ ਦਿਲਚਸਪ, ਬੀਜੇਪੀ ਤੇ ਆਪ ਦੇ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ, ਦੋਵੇਂ ਧਿਰਾਂ ਵੱਲੋਂ ਜਿੱਤ ਦਾ ਦਾਅਵਾ। ਅੱਜ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ। ਕੱਲ ਮੁੱਖ ਮੰਤਰੀ ਮਾਨ ਨੇ ਮਨਾਈ ਲੋਹੜੀ, ਮੰਤਰੀਆਂ ਤੇ ਆਪ ਵਿਧਾਇਕ ਨੂੰ ਦਿੱਤੀ ਲੰਚ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਪੈਣ ਨਾਲ ਧੁੰਦ ਤੋਂ ਰਾਹਤ, ਅੱਜ ਵੀ ਹੁੰਦੀ ਰਹੇਗੀ ਬੂੰਦਾਬਾਂਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਪਹਿਲੀ ਵੱਡੀ ਖਬਰ ਨਾਲ। ਦੱਸ ਦਈਏ ਕਿ ਸਾਬਕਾ ਕੇਂਦਰ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ ਹੋ ਚੁੱਕਿਆ ਹੈ। ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਨੇ ਆਖਰੀ ਸਾਹ ਲਈ। ਸਾਹ ਲੈਣ 'ਚ ਤਕਲੀਫ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ। ਦੱਸ ਦਈਏ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਸ਼ਰਦ ਯਾਦਵ। 75 ਸਾਲ ਦੀ ਉਮਰ 'ਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ PM ਮੋਦੀ, ਰਾਹੁਲ ਗਾਂਧੀ ਸਮੇਤ तमाम ਵੱਡੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ JDU ਦੇ ਸਾਬਕਾ ਪ੍ਰਧਾਨ ਸਨ ਸ਼ਰਦ ਯਾਦਵ ਤੇ ਸਾਬਕਾ ਕੇਂਦਰ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ ਹੋ ਚੁੱਕਿਆ ਹੈ। ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ ਪਿਛਲੇ ਦਿਨ ਹੀ ਰਾਤ ਨੂੰ ਉਹਨਾਂ ਨੇ ਆਖਰੀ ਸਾਹ ਲਏ। ਸਾਹ ਲੈਣ 'ਚ ਤਕਲੀਫ ਕਰਕੇ ਉਹਨਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ। ਲੰਬੇ ਸਮੇਂ ਤੋਂ ਹਾਲਾਂਕਿ ਬਿਮਾਰ ਚੱਲ ਰਹੇ ਸਨ। ਦੱਸ ਦਈਏ ਕਿ 75 ਸਾਲ ਦੀ ਉਮਰ 'ਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ ਨੇ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਹੁਲ ਗਾਂਧੀ तमाम ਲੀਡਰਸ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ JDU ਦੇ ਸਾਬਕਾ ਪ੍ਰਧਾਨ ਸਨ ਸ਼ਰਦ ਯਾਦਵ ਤੇ ਸ਼ਰਦ ਯਾਦਵ ਦਾ ਜਨਮ 1 ਜੁਲਾਈ 1947 ਨੂੰ ਹੋਇਆ ਸੀਗਾ ਤੇ ਪਿਛਲੇ ਦਿਨੀ ਹੀ 12 ਜਨਵਰੀ ਨੂੰ ਦੇਰ ਰਾਤ ਉਹਨਾਂ ਨੂੰ ਸਾਹ ਲੈਣ 'ਚ ਤਕਲੀਫ ਹੋਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ 7 ਵਾਰ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ ਸ਼ਰਦ ਯਾਦਵ ਤੇ 3 ਵਾਰ ਰਾਜ ਸਭਾ ਦੇ ਵੀ ਮੈਂਬਰ ਰਹਿ ਚੁੱਕੇ ਹਨ। ਦੱਸ ਦਈਏ ਕਿ ਪਹਿਲੇ ਪ੍ਰੈਜ਼ੀਡੈਂਟ ਸੀਗੇ ਜਨਤਾ ਦਲ ਯੂਨਾਈਟਿਡ ਦੇ, ਜਦੋਂ ਦਾ ਗਠਨ ਹੋਇਆ ਸੀਗਾ 2003 ਤੋਂ 2016 ਤੱਕ। ਤੇ ਸਾਬਕਾ ਕੇਂਦਰ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ ਹੋ ਚੁੱਕਿਆ ਹੈ। 7 ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਤੇ ਦੱਸ ਦਈਏ ਕਿ 3 ਵਾਰ ਰਾਜ ਸਭਾ ਦੇ ਵੀ ਮੈਂਬਰ ਚੁਣੇ ਗਏ ਸਨ ਤੇ ਸਾਬਕਾ ਕੇਂਦਰ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ ਹੋ ਚੁੱਕਾ ਹੈ। ਪਿਛਲੇ ਦਿਨ ਹੀ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ PM ਮੋਦੀ ਸਣੇ ਰਾਹੁਲ ਗਾਂਧੀ, तमाम ਲੀਡਰਸ, ਵੱਡੇ ਲੀਡਰਸ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ 75 ਸਾਲ ਦੀ ਉਮਰ 'ਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਰਾਤ ਨੂੰ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਹੋਈ ਤੇ ਫੋਰਟਿਸ ਹਸਪਤਾਲ ਗੁਰੂਗ੍ਰਾਮ ਦੇ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ। JDU ਦੇ ਸਾਬਕਾ ਪ੍ਰਧਾਨ ਸਨ ਸ਼ਰਦ ਯਾਦਵ। ਜਦੋਂ JDU ਦਾ ਗਠਨ ਹੋਇਆ ਸੀਗਾ 2003 'ਚ, ਉਦੋਂ ਨੈਸ਼ਨਲ ਪ੍ਰੈਜ਼ੀਡੈਂਟ ਉਹਦੇ ਚੁਣੇ ਗਏ ਸੀਗੇ। 2003 ਤੋਂ 2016 ਤੱਕ ਨੈਸ਼ਨਲ ਪ੍ਰੈਜ਼ੀਡੈਂਟ ਰਹੇ ਸੀਗੇ JDU ਦੇ ਸਾਬਕਾ ਪ੍ਰਧਾਨ ਦਾ ਦੇਹਾਂਤ ਹੋ ਚੁੱਕਿਆ ਹੈ। ਪਿਛਲੇ ਦਿਨੀ ਹੀ ਰਾਤ ਨੂੰ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ। रुक रहे अगली खबर का, जो कि चंडीगढ़ तो है। चंडीगढ़ के इंस्पैक्टर ते फायरिंग खबर की खबर सामने आई है। दस दिए कि 2 गैंगस्टर वालों फायरिंग की गई है। इंस्पैक्टर अमनजोत ते फायरिंग की गई है। पुलिस ने फायरिंग करने वाले हालांकि 2 गैंगस्टरों काबू भी कर लिया है। गैंगस्टर दिलदीप ते शिवा इन्हों के नाम दसे जा रहे हैं, जिन्होंने पुलिस के वालों गिरफ्तार कर लिया गया है, काबू कर लिया गया। दस दिए कि दोहां गैंगस्टरों तो 2 पिस्टल भी बरामद किए गए हैं। दोहां तो पहला भी कई आपराधिक मामले दर्ज ने ते तस्वीरें ताना साझियां कर रहे हैं। पिछले दिनी जदों कि चंडीगढ़ के इंस्पैक्टर अमनजोत ते
फायरिंग की कोशिश की गई। हालांकि दो गैंगस्टਰਾਂ ने फायरिंग की कोशिश की है। इंस्पैक्टर अमनजोत ते फायरिंग की गई है। पुलिस ने फायरिंग करने वाले हालांकि दोनों गैंगस्टਰਾਂ ਨੂੰ ਕਾਬੂ ਕਰ ਲਿਆ। ਦੱਸਦੇ ਕਿ ਗੈਂਗਸਟਰ ਦਿਲਦੀਪ ਤੇ ਸ਼ਿਵਾ ਇਹਨਾਂ ਦੇ ਨਾਮ ਦੱਸੇ ਜਾ ਰਹੇ ਜਿਨ੍ਹਾਂ ਨੇ ਕਿ ਪੁਲਿਸ ਨੇ ਕਾਬੂ ਕਰ ਲਿਆ ਹੈ। ਦੋਹਾਂ ਗੈਂਗਸਟਰਾਂ ਤੋਂ 2 ਪਿਸਟਲ ਵੀ ਬਰਾਮਦ ਕੀਤੇ ਗਏ ਨੇ। ਦੋਹਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਪਿਛਲੇ ਦਿਨ ਹੀ ਸ਼ਾਮ ਦੀ ਵਾਰਦਾਤ ਹੈ ਜਦੋਂ ਕਿ ਇੰਸਪੈਕਟਰ ਚੰਡੀਗੜ੍ਹ ਦੇ ਇੰਸਪੈਕਟਰ ਤੇ फायरिंग की कोशिश की गई। हालांकि पुलिस ने दोहां ही गैंगस्टਰਾਂ ਨੂੰ दबोच लिया, काबू कर लिया। ਚੰਡੀਗੜ੍ਹ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਨੂੰ 2 ਗੈਂਗਸਟਰਾਂ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ। ਹਾਲਾਂਕਿ ਅਸੀਂ ਖੜੇ ਹਾਂ ਆਪਰੇਸ਼ਨ ਸੈੱਲ ਦੇ ਬਿਲਕੁਲ ਬਾਹਰ ਜਿੱਥੇ ਜਿਹੜੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਜਿਹੜੀ ਹੁਣ ਤੱਕ ਦੀ ਮਿਲੀ ਹੈ ਕਿ ਜਿਹੜੇ 2 ਗੈਂਗਸਟਰ ਨੇ ਫਿਰੋਜ਼ਪੁਰ ਦੇ ਦਿਲਦੀਪ ਤੇ ਸ਼ਿਵਾ ਇਹਨਾਂ ਨੂੰ ਜਿਹੜਾ ਹੈਗਾ ਕਾਬੂ ਕੀਤਾ ਹੈ, ਜਿਹਦੇ ਵਿੱਚ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਜਿਹੜੀ ਪੁਲਿਸ ਨੂੰ ਇਨਫੋਰਮੇਸ਼ਨ ਸੀਗੀ, ਜਿਹੜੀ ਆਪਰੇਸ਼ਨ ਸੈੱਲ ਨੂੰ ਇਨਫੋਰਮੇਸ਼ਨ ਸੀਗੀ ਕਿ 2 ਜਿਹੜੇ ਗੈਂਗਸਟਰ ਹੈ ਉਹ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ, ਜਿਹਦੇ ਕਰਕੇ ਪੁਲਿਸ ਨੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਜਿਹੜਾ ਨਾਕਾ ਲਾਇਆ ਸੀ ਕਿ ਗੋਲਫ ਕਲੱਬ ਦੇ ਬਿਲਕੁਲ ਬੈਕ ਸਾਈਡ ਤੇ ਜਿਹੜਾ ਹੈਗਾ ਇਹਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਵੇਖਦੇ ਹੀ ਇਹਨਾਂ ਨੇ ਦਿਲਦੀਪ ਤੇ ਸ਼ਿਵਾ ਇਹ ਦੋਨਾਂ ਕੋਲੋਂ ਜਿਹੜੀ ਹੈਗੀ ਪਿਸਟਲ ਅਵੈਧ ਜਿਹੜੀ ਇਲੀਗਲ ਦੱਸਿਆ ਜਾ ਰਿਹਾ ਕਿ ਪਿਸਟਲ ਜਿੰਦਾ ਕਾਰਤੂਸ ਮਿਲਿਆ, ਉਹਨਾਂ ਨੇ ਫਾਇਰਿੰਗ ਕੀਤੀ। ਹਾਲਾਂਕਿ ਬਾਲ ਜਿਹੜੇ ਇੰਸਪੈਕਟਰ ਬੱਚੇ ਨੇ ਤੇ ਨਾਲ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਕਿ ਇਹ ਚੰਡੀਗੜ੍ਹ ਦੇ ਸੁਖਨਾ ਲੇਕ ਗੋਲਫ ਕਲੱਬ ਦੇ ਨੇੜੇ ਇੱਕ ਗੱਡੀ ਨੂੰ ਸਨੈਚ ਕਰਨਾ ਸੀਗਾ ਗਨ ਪੁਆਇੰਟ ਤੇ, ਉਸ ਤੋਂ ਬਾਅਦ ਚੰਡੀਗੜ੍ਹ 'ਚ ਹੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ। ਜਿਹੜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਆਪਸੀ ਰੰਜਿਸ਼ ਵੀ ਦੱਸੀ ਜਾ ਰਹੀ ਹੈ ਕਿ ਗੈਂਗਵਾਰ ਵੀ ਹੋ ਸਕਦੀ ਸੀ। ਆਪਸੀ ਰੰਜਿਸ਼ ਨੂੰ ਲੈ ਕੇ ਇਹਨਾਂ ਨੇ ਵੱਡੀ ਵਾਰਦਾਤ ਚੰਡੀਗੜ੍ਹ 'ਚ ਕਰਨੀ ਸੀਗੀ, ਜਿਹਦੀ ਜਾਣਕਾਰੀ ਜਿਹੜੇ ਅਫਸਰਾਂ ਵੱਲੋਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਜਿਹੜੇ ਵੱਡੇ ਗੈਂਗਸਟਰ ਨੇ ਉਹਨਾਂ ਦੇ ਇਹ ਦੋਨੋਂ ਗੈਂਗਸਟਰ ਨਾਲ ਤੇ ਆਲਰੇਡੀ ਪਹਿਲਾਂ ਵੀ ਜਿਹੜੇ ਹੈਗੇ 2-2 3-3 ਮਰਡਰ ਦੇ ਪਰਚੇ ਨੇ ਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ। ਜਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਫਾਇਰਿੰਗ ਕਰਤੀ। ਇੰਸਪੈਕਟਰ ਤੇ ਫਾਇਰਿੰਗ ਹੋਈ, ਹਾਲਾਂਕਿ ਬਾਲ ਬਚੇ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਣਗੀਆਂ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 पंजाब। के पास एक सीक्रेट इंफॉर्मेशन थी जिसके आधार पे हमारी ऑपरेशन की टीम जो बैक साइड लेक है वहाँ पे गई और वहाँ पे जब उन सस्पिशियस लोगों को उन्होंने चेक किया तो उन्होंने पुलिस के ऊपर फायरिंग कर दी और दूसरा शॉट भी वो चलाने लगे तो वो स्टक हो गया और वो लकीली किसी को लगी नहीं और कोई इंजर्ड नहीं हुआ। तो उनको जो सस्पिशियस लोग थे उनका एक दिलीप सिंह नाम है और दूसरे का शिवा नाम है, ये फिरोजपुर के रहने वाले हैं। तो इनको पुलिस ने पकड़ लिया है और प्रिलिमिनरी इंफॉर्मेशन के आधार पे इनसे इनके जो नाम पता चले हैं और उन पे मर्डर के केस और अटेम्प्ट टू मर्डर के केस हैं, पुलिस इनमें इन्वेस्टिगेट कर रही है अभी आगे। सर अभी क्या क्या इनके पास से बरामद हुआ है? इनके पास से एक 32 बोर का पिस्टल और एक कंट्री मेड पिस्टल और कार्ट्रिज बरामद हुए हैं। ਹੁਣ ਗੱਲ ਕਰਾਂਗੇ ਪੰਜਾਬ ਸਰਕਾਰ ਦੀ। ਸੀਐਮ ਮਾਨ ਦੇ ਵੱਲੋਂ 17 ਨਵੇਂ ਚੇਅਰਮੈਨ ਲਗਾਏ ਗਏ ਨੇ। ਦੱਸਦੇ ਕਿ ਨੀਲ ਗਰਗ ਨੂੰ ਵੀ ਚੇਅਰਮੈਨੀ ਦਿੱਤੀ ਗਈ ਹੈ। ਨੀਲ ਗਰਗ ਜੋ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਵੀ ਨੇ, ਉਹਨਾਂ ਨੂੰ ਵੀ ਚੇਅਰਮੈਨੀ ਦਿੱਤੀ ਗਈ ਹੈ। ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ। ਹਾਲਾਂਕਿ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਨੂੰ ਵੀ ਚੇਅਰਮੈਨ ਬਣਾਇਆ ਗਿਆ। ਉੱਥੇ ਹੀ ਵੱਡੇ ਉਦਯੋਗ ਵਿਕਾਸ ਬੋਰਡ ਦੀ ਉਹਨਾਂ ਨੂੰ ਚੇਅਰਮੈਨੀ ਦਿੱਤੀ ਗਈ ਹੈ। 17 ਚੋਂ ਦੱਸਦੇ ਕਿ 14 ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਨੇ। ਹਰਪ੍ਰੀਤ ਸਿੰਘ ਪਿੰਟੂ ਨੂੰ ਸੰਗਰੂਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਗਾਇਆ ਗਿਆ ਹੈ। ਹਾਲਾਂਕਿ ਅਸ਼ੋਕ ਤਲਵਾਰ ਅੰਮ੍ਰਿਤਸਰ ਟਰਸਟ ਦੇ ਚੇਅਰਮੈਨ ਬਣੇ ਨੇ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ 17 ਨਵੇਂ ਚੇਅਰਮੈਨ ਲਗਾਏ ਗਏ ਨੇ। ਦੱਸਦੇ ਕਿ ਨੀਲ ਗਰਗ ਨੂੰ ਵੀ ਚੇਅਰਮੈਨੀ ਦਿੱਤੀ ਗਈ ਹੈ। ਨੀਲ ਗਰਗ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਵੀ ਨੇ, ਉਹਨਾਂ ਨੂੰ ਵੀ ਚੇਅਰਮੈਨੀ ਦਿੱਤੀ ਗਈ ਹੈ। ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ। ਹਾਲਾਂਕਿ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਨੂੰ ਵੀ ਚੇਅਰਮੈਨ ਬਣਾਇਆ ਗਿਆ ਹੈ। ਦੱਸਦੇ ਕਿ ਵੱਡੇ ਉਦਯੋਗ ਵਿਕਾਸ ਬੋਰਡ ਦੀ ਉਹਨਾਂ ਨੂੰ ਚੇਅਰਮੈਨੀ ਦਿੱਤੀ ਗਈ ਹੈ। 17 ਚੋਂ 14 ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਣੇ ਨੇ। ਹਰਪ੍ਰੀਤ ਸਿੰਘ ਪਿੰਟੂ ਨੂੰ ਸੰਗਰੂਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਗਾਇਆ ਹੈ, ਜਦਕਿ ਅਸ਼ੋਕ ਤਲਵਾਰ ਅੰਮ੍ਰਿਤਸਰ ਟਰਸਟ ਦੇ ਚੇਅਰਮੈਨ ਬਣੇ ਨੇ। ਹੁਣ ਕਰਾਂਗੇ ਅਗਲੀ ਖਬਰ ਦਾ। ਸਿੱਖ ਫੌਜੀਆਂ ਲਈ ਤਕਰੀਬਨ 12,000 ਹੈਲਮਟ ਖਰੀਦੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਹੋ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਨੂੰ ਸਿੱਖ ਮਰਿਆਦਾ ਦੇ ਖਿਲਾਫ ਦੱਸਿਆ ਹੈ। ਇੱਕ ਰਿਪੋर्ट देखो। इनकी पगड़ी की शान को 4 चांद लगाएंगे। इस वीर को वीर हेलमेट पहनाएंगे। कानपुर स्थित रक्षा संबंधी साजो सामान बनाने वाली कंपनी MKU ने 12 मार्च 2022 ਨੂੰ ਕਾਵਰੋ SCH 111T ਮਾਡਲ ਹੈਲਮਟ ਵੀਰ ਹੈਲਮਟ ਦੇ ਨਾਂ ਦੇ ਨਾਲ ਤਿਆਰ ਕਰਕੇ ਪੇਸ਼ ਕੀਤਾ ਸੀ। ਇਸ ਹੈਲਮਟ ਨੂੰ ਖਾਸ ਕਰਕੇ ਸਿੱਖ ਫੌਜੀਆਂ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ ਅਤੇ ਕੰਪਨੀ ਨੇ ਬਕਾਇਦਾ ਇਸ ਸੰਬੰਧੀ ਵੀਡੀਓ ਵੀ ਤਿਆਰ ਕੀਤਾ ਅਤੇ ਦੱਸਿਆ ਕਿ ਕਿਵੇਂ ਸਿੱਖ ਫੌਜੀ ਇਸ ਹੈਲਮਟ ਨੂੰ ਪਟਕੇ ਦੇ ਉੱਤੇ ਹੀ ਇਸਤੇਮਾਲ ਕਰ ਸਕਦੇ ਨੇ।
इन्हें हर विपदा से बचाएंगे। इनकी पगड़ी की शान को 4 चांद लगाएंगे। इस वीर को वीर हेलमेट पहनाएंगे। ਉਸ ਵੇਲੇ ਨਾ ਤਾਂ ਇਸ ਹੈਲਮਟ ਦੇ ਬਾਰੇ ਕੋਈ ਚਰਚਾ ਹੋਈ ਸੀ ਤੇ ਨਾ ਹੀ ਕੋਈ ਸਵਾਲ ਖੜੇ ਹੋਏ, ਪਰ ਜਿਵੇਂ ਹੀ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਕੇਂਦਰ ਸਰਕਾਰ ਨੇ ਭਾਰਤੀ ਫੌਜ ਦੇ ਸਿੱਖ ਫੌਜੀਆਂ ਲਈ 12730 ਬੈਲਿਸਟਿਕ ਹੈਲਮਟ ਖਰੀਦਣ ਦਾ ਐਲਾਨ ਕੀਤਾ ਤਾਂ ਵਿਰੋਧ ਸ਼ੁਰੂ ਹੋ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਸਿੱਖ ਮਰਿਆਦਾ ਦੇ ਖਿਲਾਫ ਦੱਸਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਤੇ ਸਵਾਲ ਖੜੇ ਕੀਤੇ। ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਸਾਨੂੰ ਤਾਜ ਹੈ ਔਰ ਸਾਡੀ ਪਹਿਚਾਣ ਦਾ ਪ੍ਰਤੀਕ ਹੈ ਤੇ ਸਾਡੀ ਪਹਿਚਾਣ ਦੇ ਪ੍ਰਤੀਕ ਦਸਤਾਰ ਦੇ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਇਹ ਸਾਡੀ ਪਹਿਚਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਹੀ ਵੇਖਿਆ ਜਾਏਗਾ ਔਰ ਨਾ ਹੀ ਪੰਥ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਕਰੇਗਾ। ਬਿਲਕੁਲ ਗਲਤ ਹੈ। ਸਿੱਖ ਜਿਹੜਾ ਸਿੱਖ ਕੌਮ ਨੇ ਕਿ ਹਰ ਵਾਰ ਜਦੋਂ ਵੀ ਕੋਸ਼ਿਸ਼ ਹੋਈ ਪ੍ਰੋਟੈਸਟ ਕੀਤਾ ਹੈ, ਅਸੀਂ ਕਿਤੇ ਬਰਦਾਸ਼ਤ ਨਹੀਂ ਕਰਾਂਗੇ ਜੇ ਹੈਲਮਟ ਦਾ ਰੂਲ ਲਿਆਂਦਾ ਗਿਆ। ਅੱਜ ਮੈਂ ਸਟਰੋਂਗਲੀ ਕੰਡੈਮ ਕਰਦਾ ਤੇ ਮੈਂ ਬੇਨਤੀ ਕਰਦਾ ਇਹ ਜਿਹਾ ਕੋਈ ਨਵਾਂ ਰੂਲ ਨਾ ਬਣਾਓ। ਉਧਰ ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਇਸ ਫੈਸਲੇ ਤੇ ਇਤਰਾਜ਼ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ ਤੋਂ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ, ਜਦਕਿ ਰੱਖਿਆ ਮਾਹਿਰ ਅਤੇ ਫੌਜ ਅਧਿਕਾਰੀ ਰਹੇ ਬ੍ਰਿਗੇਡੀਅਰ KS ਕਾਲੋ ਨੇ ਇਸ ਤਰੀਕੇ ਇੱਕੋਦਮ ਫੈਸਲੇ ਲਏ ਜਾਣ ਤੇ ਸਵਾਲ ਖੜੇ ਕੀਤੇ। ਵਰਲਡ ਵਾਰ ਦੇ ਅੰਦਰ ਵੀ ਨਹੀਂ ਹੋਇਆ, ਬਾਕੀ ਜਿੰਨੀਆਂ ਵੀ ਇੰਟਰਨੈਸ਼ਨਲੀ ਸਟੇਟਸ ਨੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਪਗੜੀਧਾਰੀ ਨੇ ਔਰ ਪਗੜੀ ਸਿੱਖ ਦੀ ਸ਼ਾਨ ਆ ਔਰ ਭਾਰਤ ਸਰਕਾਰ ਇਸ ਦਾ ਸਤਿਕਾਰ ਤੇ ਸਨਮਾਨ ਕਰੇਗੀ ਔਰ ਭਾਰਤੀ ਜਨਤਾ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਸਿੱਖਾਂ ਦਾ ਸਤਿਕਾਰ ਤੇ ਸਨਮਾਨ ਹੋਵੇ। ये पता नहीं कैसे जल्दबाजी फैसला करते हैं। इसमें बहुत सारी चीजें इन्वॉल्व है। इसमें ड्रेस रेगुलेशन वो एकदम बदली हो जाते। ये उधर दिल्ली उधर बैठ के फैसला कर लेना ये बिल्कुल जायज नहीं है। मैं इसके अंदर बहुत सारी सोचता हूँ कैसे इम्प्रूवमेंट हो सकती है। एक ये बात बताना चाहता हूँ, जंग के मैदान के अंदर लड़ाई के अंदर सिख अफसर या सिख कोई भी सिख पलटन कमांड करता है, पगड़ी के ऊपर वो जाला होता है, कैमोफ्लेज नेट होता है, उसको क्यों नहीं स्ट्रांग बनाया जा सकता। ये फैसले एक के बाद कभी अग्निवीर कर दो, कभी मिक्स कर दो पलटने, ये इरादे नेक नहीं है। मैं बोलता हूँ ਹਾਲਾਂਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਕੁਝ ਸਿੱਖ ਬੁੱਧੀਜੀਵੀ ਇਤਫਾਕ ਵੀ ਰੱਖਦੇ ਨੇ। ਉਹਨਾਂ ਦਾ ਤਰਕ ਹੈ ਕਿ ਇਹ ਹੈਲਮਟ ਪਾਉਣ ਦੇ ਲਈ ਸਿੱਖਾਂ ਨੂੰ ਦਸਤਾਰ ਲਾਉਣ ਦੇ ਲਈ ਕੋਈ ਆਦੇਸ਼ ਨਹੀਂ ਦਿੱਤਾ ਗਿਆ ਅਤੇ ਮਰਿਆਦਾ ਦੇ ਵਿੱਚ ਵੀ ਕੇਸ ਰੱਖਣ ਦੀ ਗੱਲ ਕਹੀ ਗਈ ਹੈ। ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰ ਰਹੇ, ਅਸੀਂ ਦਸਤਾਰ ਦੀ ਬੇਅਦਬੀ ਨਹੀਂ ਕਰ ਰਹੇ। ਅਸੀਂ ਦਸਤਾਰ ਤੇ ਕੇਸਾਂ ਤੇ ਸਿਰ ਨੂੰ ਬਚਾਉਣ ਦੀ ਇੱਕ ਜਿਹੜੀ ਆ ਪ੍ਰਕਿਰਿਆ ਹੈ ਲਾਗੂ ਕੀਤੀ ਹੈ। ਇਸ ਦੇ ਉੱਤੇ ਮੈਂ ਸਮਝਦਾ ਜਥੇਦਾਰ ਸਾਹਿਬ ਨੂੰ ਜਾਂ ਜਿਹੜੇ ਸਾਰਾ ਪੰਥ ਆ ਉਸ ਨੂੰ ਦੁਬਾਰਾ ਵਿਚਾਰ ਕਰਨੀ ਚਾਹੀਦੀ। ਕੇਂਦਰ ਸਰਕਾਰ ਦੇ ਫੈਸਲੇ ਤੇ ਸਵਾਲ ਤਾਂ ਚੁੱਕੇ ਜਾ ਰਹੇ ਨੇ, ਪਰ ਦਿਨੇ ਦਿਨ ਜੰਗ ਦੇ ਮੈਦਾਨ ਵਿੱਚ ਜਿਸ ਤਰੀਕੇ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜਿਸ ਤਰੀਕੇ ਡਿਫੈਂਸ ਸੰਬੰਧੀ ਤਕਨੀਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਨੇ, ਅਜਿਹੇ ਵਿੱਚ ਇਸ ਫੈਸਲੇ ਤੇ ਕਿੰਤੂ ਕਿਵੇਂ ਸਮਝੇ ਜਾਣਗੇ ਸਵਾਲ ਬਰਕਰਾਰ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਮੁਕਤਸਰ ਤੋਂ ਅਸ਼ਫਾਕ ਢੁੱਡੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਐਸਜੀਪੀਸੀ ਦੀ। ਹੈਲਮਟ ਵਿਵਾਦ ਤੇ ਐਸਜੀਪੀਸੀ ਦੇ ਵੱਲੋਂ ਚਿੱਠੀ ਲਿਖੀ ਗਈ ਹੈ। ਦੱਸ ਦੇ ਕਿ ਐਸਜੀਪੀਸੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਚਿੱਠੀ ਲਿਖੀ ਗਈ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਨਵੇਂ ਹੈਲਮਟ ਦੀ ਯੋਜਨਾ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਸਿੱਖ ਫੌਜੀਆਂ ਲਈ ਹੈਲਮਟ ਦੀ ਯੋਜਨਾ ਵਾਪਸ ਹੋਵੇ, ਉੱਥੇ ਹੀ ਸਿੱਖਾਂ ਦੀ ਵੱਖਰੀ ਪਛਾਣ ਅਤੇ ਮਰਿਆਦਾ ਨੂੰ ਇਸ ਦੇ ਨਾਲ ਢਾਲ ਲੱਗੇਗੀ। ਦੱਸ ਦੇ ਕਿ ਸਿੱਖਾਂ ਦੀ ਵੱਖਰੀ ਪਛਾਣ ਅਤੇ ਮਰਿਆਦਾ ਨੂੰ ਢਾਲ ਲੱਗੇਗੀ। ਸਿੱਖਾਂ ਲਈ ਹੈਲਮਟ ਪਾਉਣਾ ਸਿੱਖ ਰਹਿਣੀ ਨੂੰ ਚੁਣੌਤੀ ਦੇਣਾ ਹੈ। ਐਸਜੀਪੀਸੀ ਦਾ ਕਹਿਣਾ ਹੈ। ਦੱਸ ਦੇ ਕਿ ਕੱਲ੍ਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹੈਲਮਟ ਨੂੰ ਸਿੱਖਾਂ ਦੇ ਖਿਲਾਫ ਦੱਸਦਿਆਂ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ ਤੇ ਹੈਲਮਟ ਨੂੰ ਸਿੱਖਾਂ ਲਈ ਵਰਜਿਤ ਦੱਸਿਆ ਸੀਗਾ ਤੇ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ। ਦੱਸ ਦੇ ਕਿ ਪਿਛਲੇ ਦਿਨ ਹੀ ਕੇਂਦਰ ਸਰਕਾਰ ਦੇ ਵੱਲੋਂ ਸਿੱਖ ਫੌਜੀਆਂ ਲਈ ਸਪੈਸ਼ਲ ਬੈਲਿਸਟਿਕ ਹੈਲਮਟ ਦੀ ਯੋਜਨਾ ਦਾ ਤਜਵੀਜ਼ ਰੱਖੀ ਗਈ ਸੀਗੀ। ਉੱਥੇ ਹੀ ਹੁਣ ਹੈਲਮਟ ਤੇ ਵਿਵਾਦ ਛਿੜ ਗਿਆ। ਉੱਥੇ ਹੀ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀਗਾ ਤੇ ਹੁਣ ਐਸਜੀਪੀਸੀ ਦੇ ਵੱਲੋਂ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਦਿੱਤੀ ਗਈ। ਉਹਨਾਂ ਨੇ ਕਿਹਾ ਹੈ ਕਿ ਆਹ ਤਜਵੀਜ਼ ਵਾਪਸ ਲਈ ਜਾਵੇ, ਨਵੇਂ ਹੈਲਮਟਾਂ ਦੀ ਯੋਜਨਾ ਵਾਪਸ ਲੈਣ ਦੀ ਉਹਨਾਂ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਫੌਜੀਆਂ ਲਈ ਹੈਲਮਟ ਦੀ ਯੋਜਨਾ ਵਾਪਸ ਹੋਵੇ, ਸਿੱਖਾਂ ਦੀ ਵੱਖਰੀ ਪਛਾਣ ਅਤੇ ਮਰਿਆਦਾ ਨੂੰ ਇਸ ਦੇ ਨਾਲ ਢਾਲ ਲੱਗੇਗੀ। ਉੱਥੇ ਹੀ ਐਸਜੀਪੀਸੀ ਦਾ ਕਹਿਣਾ ਹੈ ਕਿ ਸਿੱਖਾਂ ਲਈ ਹੈਲਮਟ ਪਾਉਣਾ ਸਿੱਖ ਰਹਿਣੀ ਨੂੰ ਚੁਣੌਤੀ ਦੇਣਾ ਹੈ।